ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਪੰਜਾਬ ਦੇ ਕਾਟੋ ਕਲੇਸ਼ ਦੇ ਵੱਲ। ਜੀ ਹਾਂ, ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਸੁਲਝਾਉਣ ਦੇ ਲਈ ਅੱਜ ਵੱਡਾ ਦਿਨ ਹੋਣ ਜਾਣ ਵਾਲਾ ਹੈ, ਕਿਉਂਕਿ ਅੱਜ ਪੰਜਾਬ ਦੇ 25 ਵਿਧਾਇਕਾਂ ਨੂੰ ਦਿੱਲੀ ਸੱਦਿਆ ਗਿਆ ਹੈ। ਇਹਨਾਂ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਵੀ ਮੌਜੂਦ ਨੇ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਇਹਨਾਂ 25 ਵਿਧਾਇਕਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਦਿੱਲੀ ਸੱਦਿਆ ਗਿਆ ਹੈ। ਇਹਨਾਂ ਦੇ ਵਿੱਚ ਪ੍ਰਗਟ ਸਿੰਘ ਵੀ ਸ਼ਾਮਲ ਹੋ ਸਕਦੇ ਨੇ। ਦਿੱਲੀ ਦੇ ਵਿੱਚ ਸੱਦ ਕੇ ਅੱਜ 3 ਮੈਂਬਰੀ ਕਮੇਟੀ ਜੋ ਬੀਤੇ ਦਿਨਾਂ ਗਠਿਤ ਕੀਤੀ ਗਈ ਸੀ, ਉਸ ਕਮੇਟੀ ਦੇ ਵੱਲੋਂ ਅੱਜ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ 25 ਵਿਧਾਇਕ ਸੱਦੇ ਗਏ ਨੇ, ਉਹਨਾਂ ਤੋਂ ਗੱਲਬਾਤਾਂ ਪੁੱਛੀਆਂ ਜਾਣਗੀਆਂ ਕਿ ਪੰਜਾਬ ਦਾ ਕਾਟੋ ਕਲੇਸ਼ ਆਖਰਕਾਰ ਕਿਉਂ ਹੈ, ਇਸ ਦੇ ਪਿੱਛੇ ਵਜ੍ਹਾ ਕੀ ਹੈ ਤੇ ਕਿਉਂ ਅਤੇ ਕਿਵੇਂ ਇਸ ਨੂੰ ਸੁਲਝਾਇਆ ਜਾ ਸਕਦਾ ਹੈ। ਇਸ ਨੂੰ ਲੈ ਕੇ ਗੱਲਬਾਤ ਅੱਜ ਦੀ ਮੀਟਿੰਗ ਦੇ ਵਿੱਚ ਹੋਣੀ ਹੈ। ਉਧਰ ਇਸ ਮੀਟਿੰਗ ਤੋਂ ਕੁਝ ਸਮਾਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਟਵੀਟ ਕਰ ਦਿੱਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਗੱਲ ਕਹਿ ਦਿੱਤੀ ਹੈ। ਇਸ ਗੱਲ ਨੂੰ ਵਿਧਾਇਕਾਂ ਦੀ ਮੀਟਿੰਗ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਗੱਲ ਇਸ ਟਵੀਟ ਦੇ ਜ਼ਰੀਏ ਕਹੀ ਹੈ। ਪ੍ਰਤਾਪ ਸਿੰਘ ਬਾਜਵਾ ਲਿਖਦੇ ਨੇ ਕਿ ਹਿੰਮਤ ਕਰੋ ਅਤੇ ਆਪਣੀ ਜ਼ਮੀਰ ਦੀ ਆਵਾਜ਼ ਸੁਣੋ। ਪਰਮਾਤਮਾ ਅਤੇ ਸਾਰਾ ਪੰਜਾਬ ਸਾਨੂੰ ਵੇਖ ਰਿਹਾ ਹੈ। ਇਸ ਨੂੰ ਵਿਧਾਇਕਾਂ ਦੀ ਮੀਟਿੰਗ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਤੇ ਪ੍ਰਤਾਪ ਸਿੰਘ ਬਾਜਵਾ ਦਾ ਇਹ ਪ੍ਰਤੀਕਰਮ ਜਦੋਂ ਤੋਂ ਆਇਆ ਉਸ ਤੋਂ ਬਾਅਦ ਇੱਕ ਨਵੇਂ ਤਰ੍ਹਾਂ ਦੀ ਖਲਬਲੀ ਪੰਜਾਬ ਕਾਂਗਰਸ ਦੇ ਵਿੱਚ ਵੀ ਹੈ ਕਿ ਆਖਰਕਾਰ ਕਿਹਨਾਂ ਚੀਜ਼ਾਂ ਨੂੰ ਲੈ ਕੇ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਬੇਸ਼ੱਕ ਸੰਕੇਤਾਂ ਦੇ ਵਿੱਚ ਸਮਝਾਇਆ ਜਾ ਰਿਹਾ, ਪਰ ਸਮਝਾਉਣ ਦੀ ਸ਼ੈਲੀ ਬੜੀ ਗੰਭੀਰ ਹੈ। ਇਸ ਸ਼ੈਲੀ ਨੂੰ ਸਮਝਾਉਣ ਦੀ ਨੂੰ ਸਮਝਾਂਗੇ। ਸਦਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਇਹ ਜੋ ਪੋਸਟ ਪ੍ਰਤਾਪ ਸਿੰਘ ਬਾਜਵਾ ਨੇ ਪਾਈ ਹੈ, ਤੁਸੀਂ ਇਸ ਨੂੰ ਕਿਸ ਸੰਦਰਭ ਦੇ ਵਿੱਚ ਵੇਖ ਰਹੇ ਹੋ? ਜੀ ਗਗਨ ਜੀ, ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਿਹੜਾ ਟਵੀਟ ਕੀਤਾ ਕੱਲ, ਸਪਸ਼ਟ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦਾ ਇਸ਼ਾਰਾ ਮੈਂ ਇਸ ਰੂਪ 'ਚ ਦੇਖਦਾ ਕਿ ਉਹਨਾਂ ਨੇ ਕਿਹਾ ਕਿ ਜ਼ਮੀਰ ਜਾਗਦੀ ਰੱਖਣੀ ਹੈ। ਮਤਲਬ ਕਿ ਸਾਡੇ ਲਗਭਗ 25 MLA ਸੱਦੇ ਗਏ ਨੇ ਦਿੱਲੀ, ਉਹਨਾਂ ਦੇ ਵਿੱਚੋਂ 6 ਮੰਤਰੀ ਵੀ ਨੇ। ਔਰ ਕਿਉਂਕਿ ਅਕਸਰ ਜਿਹੜੇ ਪੰਜਾਬ ਦੇ MLA ਨੇ ਉਹ ਇਸ ਗੱਲ ਦਾ ਇਤਰਾਜ਼ ਕਰਦੇ ਸੀ ਕਿ ਅਫਸਰ ਸਾਡੀ ਸੁਣਦੇ ਨਹੀਂ, ਸਾਡੇ ਹਲਕੇ 'ਚ ਵਿਕਾਸ ਨਹੀਂ ਹੋ ਰਿਹਾ, ਅਸੀਂ ਜਦੋਂ ਵੋਟਾਂ ਮੰਗਣ ਜਾਵਾਂਗੇ ਲੋਕਾਂ 'ਚ ਤਾਂ ਕਿਹੜਾ ਮੂੰਹ ਲੈ ਕੇ ਜਾਵਾਂਗੇ, ਅਸੀਂ ਵਾਅਦੇ ਨਹੀਂ ਪੂਰੇ ਕਰ ਸਕੇ ਮੁਕੰਮਲ ਰੂਪ ਦੇ ਵਿੱਚ, ਬੇਅਦਬੀਆਂ ਦੇ ਇਨਸਾਫ ਨਹੀਂ ਹੋਏ ਮੁਕੰਮਲ, ਕੋਟਕਪੂਰਾ ਦਾ ਇਨਸਾਫ ਨਹੀਂ ਹੋਇਆ ਮੁਕੰਮਲ, ਸਿੱਟ ਖਾਰਜ ਹੋ ਗਈ ਕੁੰਵਰ ਵਿਜੇ ਪ੍ਰਤਾਪ ਦੀ, ਅਸੀਂ ਕੋਈ ਕਾਰਵਾਈ ਨਹੀਂ ਕਰ ਸਕੇ ਜਿਹਦੇ ਤੇ ਲੋਕ ਭਰੋਸਾ ਕਰਨ ਕਿ ਹਾਂ ਸਰਕਾਰ ਨੇ ਆਪਣਾ ਪੂਰਾ ਵਾਹ ਲਾਇਆ, ਅਫਸਰਾਂ ਦੇ ਪਹਿਰੇਦਾਰੀ ਨਹੀਂ ਕਰ ਸਕੇ ਕਿ ਅਫਸਰ ਕੀ ਜਾਂਚ ਕਰ ਰਹੇ ਨੇ, ਹਾਈ ਕੋਰਟ 'ਚ ਸਿੱਟ ਖਾਰਜ ਹੋ ਗਈ ਤੇ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਨਹੀਂ ਕੀਤਾ। ਵਿਧਾਇਕ ਨਾਰਾਜ਼ ਸੀ ਕਿ ਨਾ ਰੇਤ ਮਾਫੀਆ ਖਤਮ ਹੋਇਆ ਪੰਜਾਬ 'ਚ, ਨਾ ਸ਼ਰਾਬ ਮਾਫੀਆ ਖਤਮ ਹੋਇਆ, ਨਾ ਕੇਬਲ ਮਾਫੀਆ ਖਤਮ ਹੋਇਆ, ਨਾ ਟਰਾਂਸਪੋਰਟ ਮਾਫੀਆ ਖਤਮ ਹੋਇਆ, ਲੁੱਟ ਮਾਫੀਆ ਖਤਮ ਨਹੀਂ ਹੋਇਆ, ਕਰਜ਼ਾ ਪੰਜਾਬ ਦਾ ਵੱਧ ਗਿਆ। ਇਹ ਸਾਰੀਆਂ ਗੱਲਾਂ ਸੀ ਜਿਹੜੇ ਵਿਧਾਇਕ ਅਕਸਰ ਸ਼ਿਕਾਇਤਾਂ ਕਰਦੇ ਸੀ। ਕਹਿੰਦੇ ਸੀ SSP ਨਹੀਂ ਸੁਣਦਾ, DC ਨਹੀਂ ਸੁਣਦਾ ਚੁਣੇ ਹੋਏ ਵਿਧਾਇਕ ਦੀ, SSP ਥਾਣੇਦਾਰ SHO ਨਹੀਂ ਸੁਣਦਾ, ਇੱਥੋਂ ਤੱਕ ਸ਼ਿਕਾਇਤਾਂ ਸੀ। ਕੁਝ ਕੁ ਅਫਸਰ ਨੇ ਕੈਪਟਨ ਅਮਰਿੰਦਰ ਦੇ ਆਲੇ ਦੁਆਲੇ ਵਿਧਾਇਕ ਕਹਿੰਦੇ ਸੀ ਉਹਨਾਂ ਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿਲਦਾ, ਆਪਣੀ ਮਰਜ਼ੀ ਨਾਲ ਵਿਧਾਇਕ ਕਹਿੰਦੇ ਅਸੀਂ ਬਦਲੀ ਨਹੀਂ ਕਰਾ ਸਕਦੇ। ਬਹੁਤ ਸਾਰੇ ਲੋਕਾਂ ਦੀ ਜਾਇਜ਼ ਬਦਲੀ ਹੁੰਦੀ ਆ, ਉਹ ਆਪਣੇ MLA ਤੱਕ ਪਹੁੰਚ ਕਰ ਸਕਦੇ ਨੇ ਕਿਉਂਕਿ ਉਹ ਵੋਟਾਂ ਮੰਗਣ ਆਉਂਦਾ MLA। ਉਹ ਚੰਡੀਗੜ੍ਹ ਸੈਕਟਰੀਏਟ 'ਚ ਬੈਠੇ ਵੱਡੇ ਵੱਡੇ ਅਫਸਰਾਂ ਤੱਕ ਪਹੁੰਚ ਨਹੀਂ ਕਰ ਸਕਦੇ। ਕਈ ਵਾਰੀ ਪਿੰਡਾਂ ਦੇ ਲੋਕ ਸਾਡੇ ਬਦਲੀਆਂ ਕਰਾਉਣ ਚਲੇ ਜਾਂਦੇ ਨੇ, ਵੱਡੇ ਵੱਡੇ IAS ਅਫਸਰ IPS ਅਫਸਰ ਮਿਲਦੇ ਨਹੀਂ ਕਿਉਂਕਿ ਉਹਨਾਂ ਕੋਲੇ ਇਸ ਤਰੀਕੇ ਦੀ ਤਾਕਤ ਹੈ ਕਿ ਭਾਵੇਂ ਉਹ ਦਫ਼ਤਰ 'ਚ ਕੰਮ ਕਰੀ ਜਾਣ, ਭਾਵੇਂ ਘਰਾਂ 'ਚ ਕੰਮ ਕਰੀ ਜਾਣ। ਹੁਣ ਪ੍ਰਤਾਪ ਬਾਜਵੇ ਦਾ ਚਿੱਠੀ ਲਿਖ ਕੇ ਕਹਿਣ ਦਾ ਮਤਲਬ ਇਹ ਸੀ ਵੀ ਜਿਹੜੀ ਆਦਰਸ਼ ਸਰਕਾਰ ਦੇਣ ਦਾ 2017 'ਚ ਵਾਅਦਾ ਕੀਤਾ ਸੀ ਨਾ, ਤੇ ਜਿਹੜੀ ਲਗਾਤਾਰ ਵਿਧਾਇਕ ਕਹਿੰਦੇ ਸੀ ਵੀ ਅਸੀਂ ਉਹ ਕੰਮ ਕਰ ਨਹੀਂ ਸਕੇ, ਸਾਡੇ ਕੋਲੇ ਮੌਕਾ ਸੀ, ਭਾਵੇਂ ਉਹਦੇ ਲਈ ਜ਼ਿੰਮੇਦਾਰ ਕੋਈ ਵੀ ਹੋਣ, ਤੇ ਹੁਣ ਜ਼ਮੀਰ ਜਾਗਦੀ ਰੱਖਿਓ। ਟਵੀਟ ਕੀਤਾ ਪ੍ਰਤਾਪ ਬਾਜਵਾ ਨੇ ਵੀ ਜਦੋਂ ਹੁਣ ਦਿੱਲੀ 'ਚ ਗੱਲ ਕਰਨੀ ਹੈ ਤੇ ਸੱਚੀ ਗੱਲ ਕਰਿਓ, ਕਿਤੇ ਇਹ ਗੱਲ ਨਾ ਕਰ ਦਿਓ ਵੀ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ ਜੀ, ਕੋਈ ਦਿੱਕਤ ਨਹੀਂ, ਤਾਂ ਕਿ ਤੁਸੀਂ ਸਿਰਫ ਆਪਣੀ ਟਿਕਟ ਬਾਰੇ ਸੋਚੋ। ਹਾਲਾਂਕਿ ਇਹ ਗੱਲ ਕਹੀ ਨਹੀਂ ਪ੍ਰਤਾਪ ਬਾਜਵਾ ਨੇ, ਮੇਰਾ ਐਨਾਲਿਸਿਸ ਹੈ ਕਿ ਵਿਧਾਇਕ ਜਿਹੜੇ ਤਾਂ ਵਿਧਾਇਕ ਜਾਗਦੀ ਜ਼ਮੀਰ ਨਾਲ ਜਾਣਗੇ ਉਹ ਤਾਂ ਸੱਚੀ ਗੱਲ ਕਰ ਦੇਣਗੇ। ਕਈਆਂ ਨੂੰ ਟਿਕਟਾਂ ਦਾ ਵੀ ਡਰ ਹੁੰਦਾ ਵੀ ਸਾਡੀ ਟਿਕਟ ਹੀ ਨਾ ਕੱਟੀ ਜਾਵੇ ਜੇ ਅਸੀਂ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਖਿਲਾਫ ਕੁਝ ਬੋਲਤਾ। ਸੱਚ ਤੇ ਪਹਿਰਾ ਦੇਣਾ ਵੀ ਔਖਾ ਹੁੰਦਾ, ਪਹਿਲਾਂ ਤਾਂ ਸੱਚ ਬੋਲਣਾ ਹੀ ਬਹੁਤ ਔਖਾ ਹੁੰਦਾ। ਸੋ ਉਹ ਕਹਿੰਦੇ ਵੀ ਕਿਤੇ ਟਿਕਟ ਨਾ ਕੱਟੀ ਜਾਵੇ, ਇਸ ਕਰਕੇ ਵੀ ਕਈ ਵਿਧਾਇਕ ਡਰ ਸਕਦੇ ਆ ਉੱਥੇ।
ਬਾਕੀ ਦੇਖਦੇ ਹਾਂ, ਸੁਨੀਲ ਜਾਖੜ ਵੀ ਉੱਥੇ ਗਏ ਹੋਏ ਨੇ। ਕਮੇਟੀ ਅੱਗੇ 25 ਵਿਧਾਇਕਾਂ ਦੀ ਅੱਜ ਜਿਹੜੀ ਹੈ ਗੱਲ ਹੋਣੀ ਹੈ। ਉਸ ਤੋਂ ਬਾਅਦ ਹੋ ਸਕਦਾ 25-25 ਜਾਂ 26-26 ਕਰਕੇ ਅਗਲੇ 2 ਦਿਨਾਂ 'ਚ ਹੋਰ ਵਿਧਾਇਕਾਂ ਨੂੰ, ਮੰਤਰੀਆਂ ਨੂੰ ਉੱਥੇ ਸੱਦਿਆ ਜਾਵੇ। ਸੋ ਸਥਿਤੀਆਂ ਕਾਂਗਰਸ ਦੇ ਵਿੱਚ ਅੰਦਰੂਨੀ ਤੌਰ ਤੇ ਇਸ ਵਕਤ ਬਹੁਤ ਕ੍ਰਿਟੀਕਲ ਨੇ। ਕਿਤੇ ਨਾ ਕਿਤੇ ICU ਦੇ ਵਿੱਚ ਹੈ ਪੰਜਾਬ 'ਚ ਕਾਂਗਰਸ ਦੀਆਂ ਸਥਿਤੀਆਂ। ਦੇਖਦੇ ਹਾਂ ਵੀ ਠੀਕ ਹੋ ਕੇ ਵਾਪਸ ਵਾਰਡ 'ਚ ਆਉਣਗੀਆਂ ਜਾਂ ਵੈਂਟੀਲੇਟਰ ਤੇ ਲੱਗਣਗੀਆਂ। ਦੇਖੋ, ਅੱਜ ਮੈਂ ਦਿੱਲੀ ਆਇਆ। ਕੱਲ ਕਾਂਗਰਸ ਹਾਈਕਮਾਂਡ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ, ਉਹਨਾਂ ਨੇ ਪੰਜਾਬ ਦੇ ਸਾਰੇ MLA ਨੂੰ ਸੁਣਨ ਦਾ ਜਿਹੜਾ ਆ ਉਹ ਪ੍ਰੋਗਰਾਮ ਬਣਾਇਆ। ਕੱਲ ਦੇ ਵਿੱਚ 25 MLA ਜਿਹੜੇ ਹੈ, ਜਿਨ੍ਹਾਂ ਦੇ ਵਿੱਚੋਂ 6 ਮਾਝੇ ਦੇ, 6 ਦੁਆਬਾ ਦੇ ਔਰ 13 MLA ਜਿਹੜੇ ਆ ਮਾਲਵਾ ਦੇ ਹੋਣਗੇ। ਇਸੇ ਤਰੀਕੇ ਦੇ ਨਾਲ ਇਸੇ ਰੋਸ਼ੀਓ ਦੇ ਵਿੱਚ 3 ਦਿਨ ਲਗਾਤਾਰ ਜਿਹੜੀ ਹੈ ਕਾਂਗਰਸ ਹਾਈਕਮਾਨ ਇਹ ਮੀਟਿੰਗ ਕਰੇਗਾ। ਕੱਲ 11 ਵਜੇ ਜਿਹੜੀ ਆ ਪਹਿਲੀ ਜਿਹੜੀ ਮੀਟਿੰਗ ਹੋਏਗੀ, ਉਹਦੇ ਵਿੱਚ ਮੈਂ ਸ਼ਾਮਲ ਹੋ ਰਿਹਾ ਔਰ 3 ਮੈਂਬਰੀ ਕਮੇਟੀ ਜਿਹੜਾ ਹੈ ਉਹ ਪੰਜਾਬ ਦਾ ਪੱਖ ਸੁਣ ਰਹੀ ਹੈ। ਪੰਜਾਬ ਕਾਂਗਰਸ ਨੂੰ ਇਕੱਠਿਆਂ 2022 ਦਾ ਜਿਹੜਾ ਟੀਚਾ ਹੈ ਉਹ ਪੂਰਾ ਹੋਵੇ, ਉਸ ਨੂੰ ਲੈ ਕੇ ਜਿਹੜਾ ਹੈ ਕਾਂਗਰਸ ਹਾਈਕਮਾਨ ਉਹ ਜੋ ਵੀ ਆਦੇਸ਼ ਕਰੇਗੀ, ਸਾਰੇ MLA ਉਸ ਆਦੇਸ਼ ਨੂੰ ਮੰਨਣਗੇ। ਬਹੁਤ ਬਹੁਤ ਧੰਨਵਾਦ ਡਾਲਾ ਸਾਹਿਬ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਹੁਣ ਵਧਾਂਗੇ ਅਗਲੀ ਖਬਰ ਦੇ ਵੱਲ। ਜੀ ਹਾਂ, ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ ਪਟਿਆਲੇ ਦੇ ਵਿੱਚ 3 ਰੋਜ਼ਾ ਧਰਨਾ ਖਤਮ ਕਰ ਦਿੱਤਾ ਗਿਆ। 3 ਦਿਨਾਂ ਤੱਕ ਪਟਿਆਲੇ ਦੇ ਵਿੱਚ ਚੱਲੇ ਇਸ ਧਰਨੇ ਦੇ ਵਿੱਚੋਂ ਕਈ ਚੀਜ਼ਾਂ ਸਕਾਰਾਤਮਕ ਨਿਕਲ ਕੇ ਆਈਆਂ, ਜਿਨ੍ਹਾਂ ਦੇ ਵਿੱਚ ਕੋਵਿਡ ਦੀਆਂ ਪਾਲਣਾ ਪੂਰਨ ਤਰੀਕੇ ਦੇ ਨਾਲ ਕੀਤੀ ਗਈ ਸੀ। ਅਜਿਹੀ ਕੋਈ ਖਬਰ ਨਹੀਂ ਆਈ ਕਿ ਕਿਸਾਨਾਂ ਦੇ ਵੱਲੋਂ ਕੋਵਿਡ ਦੀ ਉਲੰਘਣਾ ਕੀਤੀ ਗਈ ਹੈ। ਪ੍ਰੋਪਰ ਤਰੀਕੇ ਦੇ ਨਾਲ ਸੈਨੀਟਾਈਜੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ, ਮਾਸਕ ਦਾ ਪ੍ਰਬੰਧ ਕੀਤਾ ਗਿਆ ਸੀ, ਸੋਸ਼ਲ ਡਿਸਟੈਂਸਿੰਗ ਦਾ ਵੀ ਪ੍ਰਬੰਧ ਸੀ। ਇਸ ਨੂੰ ਲੈ ਕੇ 3 ਦਿਨਾਂ ਪ੍ਰਦਰਸ਼ਨ ਚੱਲੇ ਆਏ ਪਟਿਆਲੇ ਦੇ ਵਿੱਚ, ਜਿਸ ਤੋਂ ਬਾਅਦ ਜਿਸ ਦਿਨ ਇਸ ਨੂੰ ਸਮਾਪਤ ਕੀਤਾ ਗਿਆ, ਭਾਵ ਕੱਲ, ਉਸ ਵਕਤ ਵੱਡੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੀਵਾਲ ਮੌਜੂਦ ਰਹੇ ਨੇ, ਜੋਗਿੰਦਰ ਸਿੰਘ ਉਗਰਾਹਾਂ ਮੌਜੂਦ ਰਹੇ ਨੇ, ਜਿਨ੍ਹਾਂ ਦੇ ਧੜੇ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸਰਕਾਰਾਂ ਨੂੰ ਚੇਤਾਵਨੀ ਦੇ ਗਏ ਨੇ ਕਿਸਾਨ ਆਗੂ। ਕੀ ਕੁਝ ਕਿਸਾਨ ਆਗੂ ਕਹਿ ਰਹੇ ਨੇ ਉਹ ਸੁਣਦੇ ਹਾਂ। ਸਰਕਾਰਾਂ ਦੀ ਡਿਊਟੀ ਹੁੰਦੀ ਹੈ ਜਦੋਂ ਕਿਤੇ ਕੋਈ ਅੰਦੋਲਨ ਚੱਲੇ ਤਾਂ ਉਹਦਾ ਹੱਲ ਕੱਢਣ ਵਾਸਤੇ ਸਰਕਾਰ ਪਹਿਲ ਕਰੇ, ਪਰ ਸਾਡੀ ਸਰਕਾਰ ਨੇ ਹੱਠ ਧਰਮੀ 'ਚ, ਮੈਂ ਸਮਝਦਾ ਰਾਜ ਹੱਠ ਹੈ, ਇੱਕ ਹਉਮੈ ਬਸ ਸਰਕਾਰ ਫਸੀ ਹੋਈ ਹੈ, ਉਹ ਗੱਲਬਾਤ ਲਈ ਤਿਆਰ ਨਹੀਂ। ਅਸੀਂ ਆਪਣੇ ਵੱਲੋਂ ਚਿੱਠੀ ਲਿਖ ਕੇ ਵੀ ਅਪੀਲ ਕੀਤੀ ਵੀ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ। ਹਾਲੇ ਤੱਕ ਕੋਈ ਸਰਕਾਰ ਵੱਲੋਂ ਰਿਸਪੌਂਸ ਨਹੀਂ ਆਇਆ, ਤੇ ਜਦੋਂ ਕੁਝ ਨਿਕਲੇਗਾ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਰਾਜਨਾਥ ਸਾਹਿਬ ਜਿਹੜੀ ਲੈਟਰ ਲਿਖੀ ਹੈ, ਚਿੱਠੀ ਲਿਖੀ ਹੈ, BJP ਆਗੂਆਂ ਨੇ ਉਹਦੇ ਉੱਪਰ ਸਵਾਲ ਉਠਾਇਆ ਕਿ ਉਹ 9 ਬੰਦਿਆਂ ਵੱਲੋਂ ਲਿਖੀ ਗਈ ਹੈ। ਉਹ ਕਹਿੰਦੇ ਜਦੋਂ ਲੈਟਰ ਆਉਣਾ ਹੁੰਦਾ ਇਹਨਾਂ ਨੂੰ ਤਾਂ ਕਹਿੰਦੇ 25, 26, 32 ਸਾਰੇ ਨੂੰ ਦਿਓ, ਪਰ ਹੁਣ ਸੈਨ 9 ਦੇ ਆ। ਨਹੀਂ, ਉਹ ਸਾਡੀ 9 ਮੈਂਬਰੀ ਕਮੇਟੀ ਬਹੁਤ ਸਾਰੇ ਫੈਸਲੇ ਲੈਂਦੀ ਹੈ। ਅਸੀਂ BJP ਦੇ ਆਖੇ ਨਹੀਂ ਅੰਦੋਲਨ ਚਲਾ ਰਹੇ, ਉਹ ਅਸੀਂ ਦੇਖਣਾ ਸਾਡਾ ਪ੍ਰਬੰਧ ਕੀ ਹੈ, ਉਹਨਾਂ ਦੇ ਕਹਿਣ ਦੀ ਕੋਈ ਗੱਲ ਨਹੀਂ। ਰਾਜਨਾਥ ਸਾਹਿਬ, ਇਹ ਆਖਰ ਮਸਲਾ ਹੁਣ ਕਿੱਥੇ ਆ ਕੇ ਨਿਬੜੇਗਾ ਕਿ ਸਰਕਾਰ ਵੀ ਟਸ ਤੋਂ ਮਸ ਨਹੀਂ ਹੋ ਰਹੀ, ਕਿਸਾਨ ਆਗੂ ਹੈ ਜੋ ਵੀ ਕਿਸਾਨ ਦੇ ਖੜੇ ਨੇ, ਪਰ ਆਖਰ ਇਹ ਮਸਲਾ ਹੁਣ ਕਿਸ ਪਾਸੇ ਨਿਕਲੇਗਾ? ਦੇਖੋ, ਬੜੀ ਸਪਸ਼ਟ ਗੱਲ ਹੈ। ਸ਼ੁਰੂ ਤੇ ਪਹਿਲੇ ਦਿਨ ਤੋਂ ਅਸੀਂ ਕਹਿੰਦੇ 3 ਕਾਨੂੰਨ ਜਿਹੜੇ ਨੇ ਉਹ ਗਲਤ ਬਣਾਏ ਨੇ। ਅਸੀਂ ਮੇਜ਼ ਤੇ ਬੈਠ ਕੇ ਨੈਗੋਸ਼ੀਏਸ਼ਨ ਦੇ ਵਿੱਚ ਕਲੌਜ਼ ਬਾਈ ਕਲੌਜ਼ ਬਹਿਸ ਕਰਕੇ ਉਹਨਾਂ ਨੂੰ ਗਲਤ ਸਿੱਧ ਕਰ ਚੁੱਕੇ ਹਾਂ। ਨਾ ਉਹ ਲੋਕਾਂ ਦੇ ਹਿੱਤ 'ਚ ਨੇ, ਨਾ ਕਿਸਾਨ ਦੇ ਹਿੱਤ 'ਚ ਨੇ, ਨਾ ਦੇਸ਼ ਦੇ ਹਿੱਤ 'ਚ ਨੇ। ਸਰਕਾਰ ਕੋਲ ਕੋਈ ਜਵਾਬ ਨਹੀਂ। ਜੇ ਅੰਦੋਲਨ ਵਿੱਚ ਇਹਦੇ ਜਿਹੜੇ ਕਾਨੂੰਨ ਨੇ ਉਹਨਾਂ 'ਚ ਕੋਈ ਨੁਕਸ ਹੈ, ਕਲੌਜ਼ ਬਾਈ ਕਲੌਜ਼ ਬਹਿਸ ਕਰਨ ਤੋਂ ਬਾਅਦ ਨੁਕਸ ਨਿਕਲੇ, ਉਹਨੇ ਕਹਿੰਦੇ ਨੇ ਉਹਦੇ 'ਚ ਅਮੈਂਡਮੈਂਟ ਕਰਾ ਲਓ। ਇਹਨਾਂ ਦਾ ਵਿਸ਼ਾ ਹੀ ਨਹੀਂ, ਰਾਜਾਂ ਦਾ ਵਿਸ਼ਾ ਹੈ। ਤੇ ਇਹਨਾਂ ਨੇ ਮੱਲੋ ਮੱਲੀ ਧੱਕੇ ਨਾਲ ਲੋਕਾਂ ਦੇ ਉੱਤੇ ਠੋਸੇ ਨੇ। ਜਦੋਂ ਤੱਕ ਉਹ ਵਾਪਸ ਨਹੀਂ ਲੈਂਦੇ, ਅੰਦੋਲਨ ਚੱਲਦਾ ਰਹਿਣਾ। ਸਰਕਾਰ ਝੂਠ ਬਣਾਉਣ ਤੋਂ ਸਿਵਾ ਹਰ ਮੁੱਦੇ ਤੇ ਉਹਨਾਂ ਦੇ ਕੋਲ ਹੋਰ ਕੁਝ ਨਹੀਂ। ਇਹ 3 ਦਿਨ ਦੇ ਲੱਗੇ ਮੋਰਚੇ ਦੇ ਸੰਬੰਧ 'ਚ ਹੈ, ਜਿਹੜਾ ਪਟਿਆਲੇ ਦੇ ਵਿੱਚ, ਰਾਜੇ ਦੇ ਸ਼ਹਿਰ ਦੇ ਵਿੱਚ 28, 29, 30 ਤਰੀਕ ਨੂੰ ਤੋਂ ਲੱਗਿਆ ਹੋਇਆ ਜਿਹੜਾ ਮੋਰਚਾ 3 ਦਿਨ ਦਾ, ਇਹ ਮੋਰਚੇ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਹ ਮੋਰਚਾ ਕਿਉਂ ਲੱਗਿਆ? ਜਦੋਂ ਕਿ ਕਰੋਨਾ ਦਾ ਮੌਕਾ ਹੈ, ਕਰੋਨਾ ਦੇ ਮੌਕੇ ਵੱਡੇ ਇਕੱਠ ਹੋ ਨਹੀਂ ਸਕਦੇ। ਕੀ ਅਸੀਂ ਕਰੋਨਾ ਨੂੰ ਬਿਮਾਰੀ ਨਹੀਂ ਸਮਝਦੇ? ਇਹ ਕਈ ਸਵਾਲ ਉੱਠਦੇ ਨੇ। ਕੀ ਅਸੀਂ ਪਾਬੰਦੀਆਂ ਲਾ ਕੇ ਰਾਜੀ ਨਹੀਂ? ਇਹ ਸਵਾਲ ਉੱਠਦੇ ਨੇ। ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ ਵੀ ਕਰੋਨਾ ਨੂੰ ਅਸੀਂ ਬਿਮਾਰੀ ਸਮਝਦੇ ਹਾਂ। ਜਦੋਂ ਦੀ ਕਰੋਨਾ ਆਈ ਹੈ 2020 ਮਾਰਚ ਦੇ ਵਿੱਚ, ਅਸੀਂ ਉਦੋਂ ਦੇ ਪ੍ਰਕਾਸ਼ਨ ਕੀਤਾ ਹੋਇਆ, ਇਹਦਾ ਬੰਦੋਬਸਤ ਕੀਤਾ ਹੈ। ਉਹ ਇਕਾਂਤਵਾਸ ਜਾਂ ਸੈਨੀਟਾਈਜ਼ਰ ਦਾ ਪ੍ਰਬੰਧ ਜਾਂ ਗੋਲੀਆਂ ਦਾ ਪ੍ਰਬੰਧ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦਾ ਪ੍ਰਬੰਧ ਤੁਸੀਂ ਦੇਖਿਆ। ਅਸੀਂ ਇਸ ਪੰਡਾਲ ਦੇ ਵਿੱਚ ਵੀ ਰੱਖਿਆ ਤੇ ਅਸੀਂ ਪਹਿਲਾਂ ਘਰਾਂ ਦੇ ਵਿੱਚ ਵੀ ਰੱਖਿਆ। ਤੇ ਉਦੋਂ ਲਾਕਡਾਊਨ ਸਰਕਾਰ ਨੇ ਕੀਤਾ। ਲਾਕਡਾਊਨ ਦੇ ਨਾਲ ਜਿਹੜੀ ਬੇਰੁਜ਼ਗਾਰੀ ਵਧੀ ਹੈ ਲੋਕਾਂ ਦੇ, ਮਜ਼ਦੂਰਾਂ ਦੇ ਵਿੱਚ,
ਰੋਟੀ ਰੋਜੀ ਕਮਾਉਣ ਵਾਲਿਆਂ ਦੇ ਵਿੱਚ ਉਹਦੇ ਵਿੱਚ ਲੋਕਾਂ ਤੋਂ ਇਕੱਠੇ ਕਰਕੇ ਸਾਡੀਆਂ ਜਥੇਬੰਦੀਆਂ ਨੇ ਲਗਭਗ 1.5 ਕਰੋੜ ਦਾ ਪੌਣੇ 2 ਕਰੋੜ ਦਾ ਰਾਸ਼ਨ ਵੀ ਵੰਡਿਆ ਉਹਨਾਂ ਲੋਕਾਂ ਨੂੰ। ਉਧਰ ਲਗਾਤਾਰ ਚੱਲ ਰਹੇ ਕਿਸਾਨ ਧਰਨੇ ਦੇ ਉੱਤੇ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਲੋਂ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਦੇ ਉੱਤੇ ਗੰਭੀਰ ਟਿੱਪਣੀਆਂ ਕੀਤੀਆਂ ਨੇ। ਉਹਨਾਂ ਨੇ ਕੇਂਦਰ ਸਰਕਾਰ ਨੂੰ ਕਈ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਿ ਕੁਝ ਕਹਿ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਉਹ ਸੁਣਦੇ ਹਾਂ। ਦੇਖੋ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਕਿਸਾਨ ਸੰਘਰਸ਼ ਦਾ 6 ਮਹੀਨੇ ਮਨਾਏ ਗਏ ਸੀ ਔਰ ਉਹਦੇ ਵਿੱਚ ਸਾਰੇ ਦੇਸ਼ ਭਰ ਦੇ ਵਿੱਚ ਕਾਲੇ ਝੰਡੇ ਘਰਾਂ 'ਤੇ ਲਹਿਰਾਉਣ ਦੀ ਗੱਲ ਕਹੀ ਸੀ ਅਤੇ ਦੇਸ਼ ਭਰ ਦੇ ਲੋਕਾਂ ਨੇ ਆਪਣੇ ਘਰਾਂ 'ਤੇ ਕਾਲੇ ਝੰਡੇ ਲਹਿਰਾ ਕੇ ਇਸ ਕਿਸਾਨ ਸੰਘਰਸ਼ ਨਾਲ ਇੱਕ ਜੁੜਤਾ, ਇੱਕ ਸੁਰਤਾ, ਇੱਕ ਮੁਰਤਾ ਦਾ ਸਬੂਤ ਵੀ ਦਿੱਤਾ, ਸੰਕੇਤ ਵੀ ਦਿੱਤਾ ਔਰ ਮੋਦੀ ਸਾਹਿਬ ਨੂੰ ਵੀ ਸੁਨੇਹਾ ਦਿੱਤਾ ਵੀ ਤੁਸੀਂ ਬੜਾ ਲੰਮਾ ਸਮਾਂ ਹੋ ਗਿਆ ਕਿਸਾਨਾਂ ਦੇ ਸੰਘਰਸ਼ ਨੂੰ, ਇਹਦਾ ਨਿਪਟਾਰਾ ਕਰੋ। ਔਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸੰਕਟ ਆ ਜੀ, ਕਰੋਨਾ ਦੀ ਵਿਪਤਾ ਹੈ, ਇਹਦੇ 'ਚ ਕਿਸਾਨ ਸੰਘਰਸ਼ ਵਾਪਸ ਕਰ ਲੈਣਾ ਚਾਹੀਦਾ। ਅਤੇ ਜੇ ਫਿਰ ਸੰਕਟ ਮੰਨਦੇ ਹੋ, ਵਿਪਤਾ ਮੰਨਦੇ ਹੋ, ਅਤੇ ਵਿਪਤਾ ਦੇ ਵਿੱਚ ਫਿਰ ਲੋਕਾਂ ਦਾ ਜਿਹੜਾ ਰੋਸ ਆ ਜਾਂ ਲੋਕਾਂ ਦੀ ਜਿਹੜੀ ਲੋੜ ਆ, ਲੋਕਾਂ ਦਾ ਜਿਹੜਾ ਸ਼ਿਕਵਾ ਹੈ ਉਹ ਫਿਰ ਦੂਰ ਕਰ ਦਿਓ। ਅਤੇ ਜੇ ਕਿਸਾਨ ਸੰਘਰਸ਼ ਨਾਲ ਜੁੜੀਆਂ ਮੰਗਾਂ ਪੂਰੀਆਂ ਕਰ ਦੇਣ ਅਤੇ ਕੁਦਰਤੀ ਤੌਰ 'ਤੇ ਕਿਸਾਨ ਘਰਾਂ ਨੂੰ ਚਲੇ ਜਾਣਗੇ। ਕਿਸਾਨਾਂ ਨੂੰ ਸੜਕਾਂ 'ਤੇ ਬੈਠਣ ਦਾ ਚਾਅ ਤਾਂ ਹੈ ਨਹੀਂ। ਸੋ ਇਸ ਕਰਕੇ ਸਾਡਾ ਇਹ ਕਹਿਣਾ ਕਿ ਅੱਜ ਕਿਸਾਨੀ ਸੰਘਰਸ਼ ਦੇ ਵਿੱਚ 6 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਅਤੇ ਸਰਕਾਰ ਨੂੰ ਐਸੇ ਹਾਲਾਤਾਂ ਦੇ ਵਿੱਚ ਇਹਦਾ ਨਿਪਟਾਰਾ ਕਰ ਦੇਣਾ ਚਾਹੀਦਾ। ਔਰ ਕਿਉਂਕਿ ਦੇਸ਼ ਦਾ ਅੰਨਦਾਤਾ ਕਿਸਾਨ ਆ, ਜਿਨ੍ਹਾਂ ਲੋਕਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ, ਜਿਨ੍ਹਾਂ ਲੋਕਾਂ ਦੀ ਵਾਗਡੋਰ ਅੱਜ ਮਾਨਯੋਗ ਨਰਿੰਦਰ ਮੋਦੀ ਜੀ ਦੇ ਹੱਥਾਂ 'ਚ ਆ, ਜਿਨ੍ਹਾਂ ਲੋਕਾਂ ਦਾ ਉਹ ਪ੍ਰਧਾਨ ਮੰਤਰੀ ਹੋਣ ਦਾ ਮਾਣ ਕਰਦੇ ਨੇ, ਉਹਨਾਂ ਲੋਕਾਂ ਦੇ ਜੇ ਪੇਟ ਭਰਨ ਵਾਲੇ ਅੱਜ ਮੁਸੀਬਤ ਵਿੱਚ ਹੋਣ ਤਾਂ ਮੈਂ ਸਮਝਦਾ ਅਤੇ ਉਹਦਾ ਹੱਲ ਤਾਂ ਫਿਰ ਪ੍ਰਧਾਨ ਮੰਤਰੀ ਜੀ ਨੂੰ ਹੀ ਕਰਨਾ ਚਾਹੀਦਾ। ਸੋ ਅੱਜ ਲੋੜ ਹੈ ਇਸ ਗੱਲ ਦੀ। ਅੱਜ ਜਿਹੜੇ ਕਿਸਾਨ ਯੂਨੀਅਨ ਵਾਲੇ ਉਗਰਾਹਾਂ ਗਰੁੱਪ ਆ, ਉਹਨਾਂ ਨੇ ਸਾਡੇ ਪਟਿਆਲੇ ਦੇ ਵਿੱਚ ਧਰਨਾ ਲਾਇਆ। ਉਹਨਾਂ ਨੇ ਮਹਿਸੂਸ ਕੀਤਾ ਕਿ ਕਰੋਨਾ ਮਹਾਂਮਾਰੀ ਦੇ ਸੰਕਟ ਦੇ ਸਮੇਂ ਕਿਸਾਨ ਸੰਘਰਸ਼ ਕਰ ਰਹੇ ਸੀ, ਪਰ ਪਿੱਛੋਂ ਇੱਥੇ ਲੋਕਾਂ ਨੂੰ ਵਿਪਤਾ ਦੇ ਵਿੱਚ, ਮੁਸੀਬਤ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਧੱਕੇ ਰੱਖਿਆ, ਉਹਦੀ ਕੋਈ ਸੁਣਵਾਈ ਨਹੀਂ ਹੋਈ। ਉਹਦੇ ਲਈ ਵੀ ਸਰਕਾਰ ਨੂੰ ਜਗਾਉਣ ਲਈ, ਸੁਚੇਤ ਕਰਨ ਲਈ ਪਟਿਆਲੇ ਵਿੱਚ ਵੀ ਉਹਨਾਂ ਨੂੰ ਧਰਨਾ ਲਾਉਣਾ ਪੈ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਕਿ ਸਰਕਾਰਾਂ ਜਦੋਂ ਲਾਪਰਵਾਹ ਹੋਣ, ਸਰਕਾਰਾਂ ਜਦੋਂ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ, ਤਾਂ ਫਿਰ ਲੋਕਾਂ ਨੂੰ, ਸਰਕਾਰਾਂ ਨੂੰ ਜਗਾਉਣਾ ਪੈਂਦਾ। ਔਰ ਅੱਜ ਐਸੀ ਸਥਿਤੀ 'ਚ ਇਹ ਸੰਘਰਸ਼ ਚੱਲ ਰਿਹਾ। ਉਧਰ ਬੀਤੇ ਦਿਨ ਦੇ ਵਿੱਚ ਭਾਜਪਾ ਦੇ ਵੱਲੋਂ ਪੂਰੇ ਮੁਲਕ ਦੇ ਵਿੱਚ ਸੈਲੀਬ੍ਰੇਸ਼ਨ ਕੀਤੀ ਗਈ ਹੈ। ਇਸ ਸੈਲੀਬ੍ਰੇਸ਼ਨ ਦੇ ਪਿੱਛੇ ਦਾ ਕਾਰਨ ਸੀ ਕਿ ਭਾਰਤ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਨੂੰ 7 ਸਾਲ ਪੂਰੇ ਹੋ ਚੁੱਕੇ ਨੇ। ਭਾਵ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਪਦ ਸੰਭਾਲਿਆ 7 ਸਾਲ ਪੂਰੇ ਹੋਣ ਤੋਂ ਬਾਅਦ ਭਾਜਪਾ ਦੇ ਵੱਲੋਂ ਪੂਰੇ ਮੁਲਕ ਦੇ ਵਿੱਚ ਸਮਾਗਮ ਕੀਤੇ ਗਏ ਅਤੇ ਖੁਸ਼ੀ ਮਨਾਈ ਗਈ। ਇਸ ਮੌਕੇ ਨੂੰ ਲੈ ਕੇ ਸਿਆਸਤ ਵੀ ਭਖੀ ਹੈ। ਪੰਜਾਬ ਦੇ ਵਿੱਚੋਂ ਵੱਖੋ ਵੱਖਰੇ ਪ੍ਰਤੀਕਰਮ ਇਸ ਦੇ ਉੱਤੇ ਆਏ ਨੇ। ਇਸ ਨੂੰ ਲੈ ਕੇ ਰਾਜਕੁਮਾਰ ਵੇਰਕਾ ਨੇ ਟਿੱਪਣੀ ਕੀਤੀ ਹੈ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਪੰਜਾਬ ਅਤੇ ਪੂਰਾ ਮੁਲਕ ਕਈ ਸੌ ਸਾਲ ਪਿੱਛੇ ਚਲਿਆ ਗਿਆ ਹੈ ਤੇ ਕਿਸ ਗੱਲ ਦੀ ਸੈਲੀਬ੍ਰੇਸ਼ਨ ਕਰ ਰਹੇ ਨੇ, ਇਸ ਗੱਲ ਤੋਂ ਜ਼ਰੂਰ समझने की लोड़ है। अरे भाई, किस चीज़ का जश्न? मातम मनाओ बीजेपी वालों, मातम। पूरा देश का बंटादार हो गया, मजदूर सड़कों पे, कारखाने बंद पड़े हैं। और आपने दिया क्या? आपने कोरोना दिया, आपने काली बीमारियां दी, आपने अनपढ़ता दी, आपने बेरोजगारी दी और देश बेच दिया। जो कहते थे देश नहीं बिकने दूंगा, आज देश में लाशों के ढेर बिछे पड़े हैं और आप क्या जिम्मेदारी निभा रहे हो, आप क्या खुशी मना रहे हो। लेकिन मुझे हैरानगी इस बात की है कि नरेंद्र मोदी जी 7 साल के पाप इस तरह से धो गया। चौराहे पे आकर दुख बांटने का वादा किया था, टीवी पे ही रो गया। अरे नरेंद्र मोदी जी, तेरा सिस्टम फना है, लाशें बह रही है, गंगा माँ भी गवाह है और 70 साल की मेहनत 7 साल में आपने बेच दी, देश का भंटाधार कर दिया, देश का बेड़ा गर्क कर दिया। ये 7 साल तबाही के साल है,
फेल सरकार है और सरकार को इस्तीफा देना चाहिए, माफ़ी मांगनी चाहिए। ਉਧਰ ਭਾਜਪਾ ਆਗੂਆਂ ਦੇ ਵੱਲੋਂ ਇਸ ਸਮਾਗਮ ਦੇ ਦਰਮਿਆਨ ਜਦੋਂ ਉਹ ਖੁਸ਼ੀ ਦਾ ਜ਼ਾਹਰ ਕਰ ਰਹੇ ਸੀ, ਇਸ ਦਰਮਿਆਨ ਉਹਨਾਂ ਵੀ ਪੰਜਾਬ ਕਾਂਗਰਸ ਨੂੰ ਮੋੜਵਾਂ ਜਵਾਬ ਦਿੱਤਾ ਹੈ। ਪੰਜਾਬ ਕਾਂਗਰਸ ਦੇ ਉੱਤੇ ਬੋਲਦਿਆਂ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਕੁਝ ਆਗੂ ਆਪਸੀ ਲੜਾਈਆਂ ਦੇ ਵਿੱਚ ਉਲਝ ਰਹੇ ਨੇ, ਕਿਤੇ ਕਈ ਫਲਾਂ ਫਰੂਟਾਂ ਨੂੰ ਲੈ ਕੇ ਵੀ ਚਰਚਾਵਾਂ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਆਪਸੀ ਜੰਜਾਲ ਦੇ ਵਿੱਚੋਂ ਨਿਕਲਣ, ਪੰਜਾਬ ਦੀ ਸਿਆਸਤ ਆਪਸ ਦੇ ਵਿੱਚ ਨਾ ਕਰਨ। ਰਾਜਨੀਤਿਕ ਅਪੇਖਿਆਵਾਂ, ਰਾਜਨੀਤਿਕ ਆਕਾਂਖਿਆਵਾਂ ਉਹ ਜਿਹੜੀਆਂ ਹੈਗੀਆਂ ਹੈ ਉਹਦੇ ਕੱਦ ਨਾਲ ਉੱਚੀਆਂ ਨੇ। ਨਵਜੋਤ ਸਿੰਘ ਸਿੱਧੂ ਦਾ ਲਾਲਚ ਜਿਹੜਾ ਹੈਗਾ ਹੈ ਉਹਦੇ ਰਾਜਨੀਤਿਕ ਕੱਦ ਤੋਂ ਵੱਡਾ ਹੈ। ਨਵਜੋਤ ਸਿੰਘ ਸਿੱਧੂ ਨੂੰ ਕੋਈ ਸੇਫ ਪੈਸੇਜ ਨਹੀਂ ਮਿਲ ਪਾ ਰਿਹਾ ਹੈਗਾ, ਜਿਸ ਕਰਕੇ ਉਹ ਕਿਸੇ ਦੂਜੀ ਪਾਰਟੀ 'ਚ ਜਿਹੜਾ ਜਾਵੇ ਉੱਥੋਂ ਉਹਨੂੰ ਕੋਈ ਜਿਹੜੀ ਹੈਗੀ ਹੈ ਪੋਲੀਟੀਕਲ ਐਸ਼ੋਰੈਂਸ ਨਹੀਂ ਮਿਲ ਪਾ ਰਹੀ ਹੈਗੀ, ਜਿਹੜਾ ਇੱਥੇ ਰਹਿ ਕੇ ਇਹੋ ਜਿਹੀਆਂ ਗੱਲਾਂ ਕਰ ਰਿਹਾ। ਔਰ ਨਵਜੋਤ ਸਿੰਘ ਸਿੱਧੂ ਆਪਣੇ ਪੈਰਾਂ ਤੇ ਆਪ ਘੁਲਾੜੀ ਮਾਰ ਰਿਹਾ ਹੈ। ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ ਵੀ ਇਹੋ ਜਿਹੇ ਤਮਾਸ਼ੇ ਕਰਦਾ ਰਿਹਾ ਹੈ, ਹੁਣ ਕਾਂਗਰਸ 'ਚ ਰਹਿ ਕੇ ਵੀ ਇਹੋ ਜਿਹੇ ਤਮਾਸ਼ੇ ਕਰਦਾ ਰਿਹਾ। ਪੰਜਾਬ ਦੀ ਜਨਤਾ ਇਹਦੇ ਤਮਾਸ਼ਿਆਂ ਨੂੰ, ਇਹਦੀਆਂ ਜਿਹੜੀਆਂ ਹੈਗੀਆਂ ਗੱਲਾਂ ਨੂੰ ਸਮਝ ਚੁੱਕੀ ਹੈਗੀ ਹੈ। ਇਹਦਾ ਤਮਾਸ਼ਾ ਅੱਗੇ ਲੰਮੇ ਸਮੇਂ ਚੱਲਣ ਵਾਲਾ ਨਹੀਂ ਹੈ। ਅਬ ਹਵਾएं ही करेंगी रोशनी का फैसला, जिस दिए में तेल होगा वो दिया रह जाए। ਮੈਂ ਤਾਂ ਇਹ 'ਚ ਇੱਕੋ ਗੱਲ ਕਹਾਂਗਾ, ਜਿਸ ਦਾ ਮੁੱਢ ਹੀ ਗਲਤ ਹੋਵੇ, ਬਾਕੀ ਥੱਲੇ ਮੰਤਰੀ ਹੋਣ ਸੰਤਰੀ ਹੋਣ ਉਹ ਕੀ ਕਰਨਗੇ। ਮੁੱਢ ਹੀ ਨੂੰ ਜਿਹੜਾ ਇਹਨਾਂ ਦਾ ਮੁੱਢ ਉਹਨੂੰ ਫਿਕਰ ਹੈ ਸੀਤਾਫਲ ਦੀ, ਉਹਨੂੰ ਫਿਕਰ ਹੈ ਚੀਕੂ ਦੀ। ਚੀਕੂ ਸੀਤਾਫਲ ਛੱਡ ਕੇ ਪੰਜਾਬ ਦੇ ਲੋਕਾਂ ਵੱਲ ਧਿਆਨ ਦੇਣ, ਤਦ ਹੀ ਜੇ ਕੈਪਟਨ ਸਾਹਿਬ ਧਿਆਨ ਦੇਣਗੇ, ਉਹਨਾਂ ਮੰਤਰੀ ਵੀ ਸੰਤਰੀ ਸਭ ਕੋਵਿਡ ਦੇ ਮਹਾਮਾਰੀ ਵੱਲ ਧਿਆਨ ਦੇਣਗੇ। ਦੇਖੋ ਜੀ, ਇਹ ਯੂ ਟਰਨ ਲੈਣ ਵਾਲੇ ਲੋਕ ਨੇ। ਪਹਿਲਾਂ ਇਹੋ ਹੀ ਲੋਕ ਸੀ, ਇਹਨਾਂ ਦੇ ਫਾਦਰ ਨਵਜੋਤ ਸਿੰਘ ਸਿੱਧੂ ਜਿਹੜਾ ਕਹਿੰਦਾ ਸੀ ਸਾਡੇ ਪਰਿਵਾਰ ਨੂੰ ਨਾ ਮੇਰਾ ਕੋਈ ਬੱਚਾ ਰਾਜਨੀਤੀ ਨਹੀਂ ਆਏਗਾ। ਜੇ ਉਹ ਆਉਣ 'ਚ ਇੱਛੁਕ ਨੇ ਤੇ ਇਹਨਾਂ ਦਾ ਪਰਿਵਾਰਿਕ ਮਸਲਾ ਹੈ, ਉਹ ਆ ਸਕਦੇ ਨੇ। ਮੁਲਕ ਨੂੰ ਆਜ਼ਾਦ ਹੋਇਆਂ 7 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ। ਅਜਿਹੇ ਦੌਰ ਦੇ ਵਿੱਚ ਸਰਕਾਰਾਂ ਹਰ 5 ਸਾਲ ਬਾਅਦ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਪੰਜਾਬ ਦੇ ਅਤੇ ਪੂਰੇ ਮੁਲਕ ਦੇ ਲੋਕਾਂ ਨਾਲ ਕਰ ਜਾਂਦੀਆਂ ਨੇ। ਪੰਜਾਬ ਦੀ ਖਾਸ ਕਰਕੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਰਕਾਰ ਆਉਣੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਕਿਸਾਨੀ ਅਤੇ ਕਿਸਾਨਾਂ ਨੂੰ ਲੈ ਕੇ ਵੱਡੇ ਦਾਅਵੇ ਚੋਣ ਮੈਨੀਫੈਸਟੋਆਂ ਦੇ ਵਿੱਚ ਕੀਤੇ ਜਾਂਦੇ ਨੇ। ਅੱਜ ਤੋਂ 4 ਸਾਲ ਪਹਿਲਾਂ ਵੀ ਜਦੋਂ 2017 ਦੇ ਵਿੱਚ ਸਰਕਾਰ ਬਣਨੀ ਸੀ ਤਾਂ ਉਸ ਵਕਤ ਜ਼ਿਆਦਾਤਰ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਕਿਸਾਨ ਕਰਜ਼ਾ ਮਾਫੀ ਦਾ ਜ਼ਿਕਰ ਸੀ। ਖਾਸ ਕਰਕੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਕਿਸਾਨ ਕਰਜ਼ਾ ਮਾਫੀ ਦਾ ਜ਼ਿਕਰ ਸੀ, ਪਰ ਕਿਸਾਨਾਂ ਦਾ ਕਰਜ਼ਾ ਮਾਫੀ ਕਿੰਨਾ ਕੁ ਹੋਈ ਹੈ ਇਸ ਗੱਲ ਦੀ ਪੋਲ ਖੁੱਲ੍ਹਦੀ ਹੈ ਉਸ ਵਕਤ ਜਦੋਂ ਪੰਜਾਬ ਦੇ ਵਿੱਚੋਂ ਕਿਸਾਨਾਂ ਦੇ ਖੁਦਕੁਸ਼ੀ ਕਰਨ ਦੇ ਮਾਮਲਿਆਂ ਦੇ ਅੰਕੜਿਆਂ ਦੇ ਵੱਲ ਧਿਆਨ ਪਾਉਂਦੇ ਹਾਂ। ਪੰਜਾਬ ਦੇ ਵਿੱਚ ਇੱਕ ਵਾਰ ਹੋਰ ਕਿਸਾਨ ਕਰਜ਼ੇ ਦੀ ਭੇਟ ਚੜ੍ਹਿਆ ਹੈ। ਇਹ ਕਿਸਾਨ ਪਿੰਡ ਤਲਵੰਡੀ ਅਕਲੀਆਂ ਦਾ ਰਹਿਣ ਵਾਲਾ ਹੈ, ਜਿਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਕਿਸਾਨ ਦੇ ਉੱਤੇ ਕਰਜ਼ਾ ਇੰਨਾ ਜ਼ਿਆਦਾ ਸੀ ਕਿ ਇਸਨੇ ਆਪਣੀ 7 ਏਕੜ ਜ਼ਮੀਨ ਦੇ ਵਿੱਚੋਂ 5 ਏਕੜ ਜ਼ਮੀਨ ਵੇਚ ਵੀ ਦਿੱਤੀ, ਪਰ ਫਿਰ ਵੀ ਸਿਰ ਤੇ ਚੜਿਆ ਕਰਜ਼ਾ ਨਹੀਂ ਲੱਥ ਸਕਿਆ, ਜਿਸ ਦੇ ਚੱਲਦਿਆਂ ਇਸ ਦੇ ਵੱਲੋਂ ਸਰਕਾਰੀ ਪ੍ਰਸ਼ਾਸਨ ਦੇ ਨਾਲ ਵੀ ਕਈ ਵਾਰ ਸੁਲਝਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਕਰਜ਼ਾ ਮਾਫੀ ਦੇ ਦੌਰ ਦੇ ਵਿੱਚ ਉਹਨਾਂ ਦਾ ਕਰਜ਼ਾ ਮਾਫ ਹੋ ਸਕਦਾ ਹੈ, ਪਰ ਅਜਿਹਾ ਕੁਝ ਨਾ ਹੋਣ ਦੇ ਚੱਲਦਿਆਂ ਉਸ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਕਿਸਾਨ ਦਾ ਜਾਣਾ ਪੰਜਾਬ ਦੀਆਂ ਸਰਕਾਰਾਂ ਦੇ ਲਈ ਜਿੰਨੀਆਂ ਵੀ ਹੁਣ ਤੱਕ ਪੰਜਾਬ ਦੇ ਵਿੱਚ ਆਈਆਂ ਉਹਨਾਂ ਦੇ ਮੱਥੇ ਦੇ ਉੱਤੇ ਬਹੁਤ ਵੱਡਾ ਕਲੰਕ ਸਾਬਤ ਹੁੰਦੀਆਂ ਨੇ। ਆਉਣ ਵਾਲੀਆਂ ਸਰਕਾਰਾਂ ਵੀ ਅਜਿਹੇ ਦਾਅਵੇ ਕਰਤੇ ਰਹਿਣਗੀਆਂ, ਪਰ ਇਸ ਕਿਸਾਨ ਦੇ ਘਰੇ ਪਹੁੰਚੀ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਬਲਜਿੰਦਰ ਕੌਰ ਦੇ ਵੱਲੋਂ ਪੰਜਾਬ ਸਰਕਾਰ ਦੇ ਸਾਰੇ ਵਾਅਦਿਆਂ ਨੂੰ ਖੋਖਲੇ ਸਾਬਿਤ ਕੀਤਾ ਗਿਆ। ਐਡਾ ਵੱਡਾ ਝੂਠ, ਐਡਾ ਵੱਡਾ ਫਰਾਡ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ, ਉਹਨਾਂ ਦੇ ਨਾਲ ਧੋਖਾ ਜਿਹੜੀ ਹੈ ਕੈਪਟਨ ਸਰਕਾਰ ਕਰ ਰਹੀ ਹੈ। ਜੇ ਕਰਜ਼ਾ ਮਾਫ ਕੀਤਾ ਹੁੰਦਾ, ਜੇ ਕਰਜ਼ੇ ਤੋਂ ਮੁਕਤੀ ਦਿੱਤੀ ਹੁੰਦੀ, ਜੇ ਕਿਸਾਨਾਂ ਨੂੰ ਰਾਹਤ ਦਿੱਤੀ ਹੁੰਦੀ ਤਾਂ ਅੱਜ ਇਸ ਘਰ ਦੇ ਵਿੱਚ ਇੱਥੇ ਘਟਨਾ ਵਾਪਰਨੀ ਨਹੀਂ ਸੀ। ਸੋ ਸਰਾਸਰ ਪੰਜਾਬ ਸਰਕਾਰ ਜ਼ਿੰਮੇਵਾਰ ਆ, ਕੈਪਟਨ ਅਮਰਿੰਦਰ ਜ਼ਿੰਮੇਵਾਰ ਆ, ਪੂਰੀ ਦੀ ਪੂਰੀ ਕੈਬਨਿਟ ਜ਼ਿੰਮੇਵਾਰ ਆ, ਜਿਹੜੀ ਹਾਊਸ ਦੇ ਵਿੱਚ ਖੜ ਕੇ, ਵਿਧਾਨ ਸਭਾ ਦੇ ਵਿੱਚ ਖੜ ਕੇ ਧੱਜੀਆਂ ਅਡਾਉਂਦੀ ਆ ਔਰ ਝੂਠ ਬੋਲਦੀ ਆ ਔਰ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਕਿ ਅਸੀਂ ਕਰਜ਼ਾ ਲਾ ਦਿੱਤਾ ਪੰਜਾਬ ਦਾ। ਸੋ ਅੱਜ ਇਸ ਪਰਿਵਾਰ ਦੇ ਵਿੱਚ ਖੜੇ ਆ, ਇਹਨਾਂ ਦਾ ਦੁੱਖ ਵੰਡਾਉਣ ਦੇ ਲਈ ਇੱਥੇ ਪਹੁੰਚੇ ਆ, ਕਿਉਂਕਿ ਜਿੱਥੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਧਰਨੇ ਤੇ ਆਪਣੇ ਹੱਕਾਂ ਦੇ ਲਈ ਬੈਠੇ ਆ, ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਉੱਥੇ ਅੱਜ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਆ ਸੁਣਨ ਨੂੰ ਕੇਸ ਸਾਹਮਣੇ ਆ ਰਿਹਾ ਕਿ ਜਿੱਥੇ ਚਿੱਟੇ ਦੇ ਨਾਲ ਮੌਤਾਂ ਬੜੀ ਰਫ਼ਤਾਰ ਦੇ ਵਿੱਚ ਹੋ ਰਹੀਆਂ ਨੇ ਤੇ ਅੱਜ ਇਹ ਕਿਸਾਨ ਜਿਹਨੇ ਕਰਜ਼ੇ ਹੇਠਾਂ ਦੱਬੇ ਹੋਏ ਆਪਣੀ ਜਿਹੜੀ ਆ ਜਾਨ ਗਵਾ ਲਈ ਆ, ਆਪਣੇ ਆਪ ਨੂੰ ਸੁਸਾਈਡ ਕਮਿਟ ਕੀਤਾ ਆ, ਤੇ ਜੇ ਇਹਦਾ ਕੋਈ ਜ਼ਿੰਮੇਵਾਰ ਆ, ਜੇ ਇਹਦੀ ਕੋਈ ਰਿਸਪੌਂਸਿਬਿਲਟੀ ਫਿਕਸ ਹੁੰਦੀ ਆ ਤਾਂ ਮੇਰੀ ਆਵਾਜ਼ ਕੈਪਟਨ ਅਮਰਿੰਦਰ ਤੱਕ ਆ, ਮੇਰੀ ਆਵਾਜ਼ ਇਸ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਆ। ਬਲਵਿੰਦਰ ਸਿੰਘ ਜੀ ਦੀ ਉਮਰ ਮਹਿਜ 48 ਸਾਲ ਸੀਗੀ
ਤੇ ਪਰਿਵਾਰ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਪਿਤਾ ਜੀ ਉਹ ਵੀ ਬਹੁਤ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ, ਜਿਹੜੇ ਇਹਨਾਂ ਦੇ ਧਰਮ ਪਤਨੀ ਆ ਉਹ ਵੀ ਬਿਮਾਰ ਆ। ਸੋ ਪਰਿਵਾਰ ਸਾਰਾ ਇਹਨਾਂ ਦੇ ਸਹਾਰੇ ਤੇ ਚੱਲਦਾ ਸੀਗਾ ਤੇ ਬੜੀ ਇਹਨਾਂ ਨੇ ਮਿਹਨਤ ਕੀਤੀ ਕਿ ਪਰਿਵਾਰ ਨੂੰ ਵੀ ਪਾਲੀਏ ਤੇ ਜੋ ਕਰਜ਼ੇ ਆ ਉਹਨਾਂ ਨੂੰ ਲਾਈਏ। ਪਰ ਜਦੋਂ ਬੇਵੱਸ ਹੋ ਗਏ ਤਾਂ ਉਹਨਾਂ ਨੇ ਆਪਣੀ ਜੀਵਨ ਲੀਲਾ ਕਰਜ਼ੇ ਤੋਂ ਤੰਗ ਆ ਕੇ ਸਮਾਪਤ ਕਰ ਲਈ ਆ। ਤੇ ਅੱਜ ਪਰਿਵਾਰ ਦੇ ਹਾਲਾਤ ਵੇਖ ਕੇ ਦੁੱਖ ਆਉਂਦਾ ਗਾ। ਬੱਚਿਆਂ ਵੱਲ ਵੇਖੀਏ, ਉਹਨਾਂ ਦੇ ਪਿਤਾ ਜੀ ਵੱਲ ਵੇਖੀਏ, ਉਹਨਾਂ ਦੀ ਧਰਮ ਪਤਨੀ ਵੱਲ ਵੇਖੀਏ, ਜਿਹੜੇ ਆਪ ਬਿਮਾਰ ਰਹਿੰਦੇ ਨੇ। ਤਾਂ ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਸਾਰੇ ਕਰਜ਼ੇ ਮਾਫ ਕਰਤੇ ਤੇ ਇੱਕ ਪਾਸੇ ਇਹਨਾਂ ਦੇ 2 ਕਿੱਲੇ ਹੁਣੇ ਵਿਕੇ ਸੀ ਤੇ ਪਰ ਕਰਜ਼ਾ ਬੈਂਕਾਂ ਦਾ, ਸੁਸਾਇਟੀ ਦਾ, ਆੜ੍ਹਤੀਆਂ ਦਾ ਉਸੇ ਤਰ੍ਹਾਂ ਖੜਾ ਰਿਹਾ। ਤੇ ਉਸ ਤੋਂ ਤੰਗ ਆ ਕੇ ਇਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਅੱਜ ਸਮੁੱਚੇ ਪਰਿਵਾਰ ਦੇ ਨਾਲ ਮੈਡਮ ਬਲਜਿੰਦਰ ਕੌਰ ਜੀ MLA ਤੇ ਆਮ ਆਦਮੀ ਪਾਰਟੀ ਦੁੱਖ ਬਣਾਉਣ ਆਈ ਹੈ ਤੇ ਜਿੰਨੀ ਕੁ ਅਸੀਂ ਸਹਾਇਤਾ ਕਰ ਸਕੇ, ਕੱਲ੍ਹ ਨੂੰ ਮੀਟਿੰਗ ਆ, ਇਸ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕਰਾਂਗੇ। ਤੇ ਸਰਕਾਰ ਨੂੰ ਕਹਿੰਦੇ ਆ ਕਿ ਇਕੱਲੇ ਫੋਕੇ ਲਾ ਰਹੇ ਨਹੀਂ, ਤੁਸੀਂ ਆ ਕੇ ਜ਼ਮੀਨੀ ਹਕੀਕਤ ਵੇਖੋ ਕਿ ਲੋਕਾਂ ਦਾ ਹਾਲ ਕੀ ਹੈ। ਕੋਰੋਨਾ ਮਹਾਮਾਰੀ ਦੇ ਇਸ ਦੌਰ ਦੇ ਵਿੱਚ ਲਗਾਤਾਰ ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਸਮਾਜਿਕ ਅਦਾਰਿਆਂ ਦੇ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਪ੍ਰਬੰਧ ਕੀਤੇ ਜਾ ਰਹੇ ਨੇ ਅਤੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਸੈਨੀਟਾਈਜੇਸ਼ਨ ਦੇ ਨਾਲ-ਨਾਲ ਟੀਕਾਕਰਨ ਦਾ ਪ੍ਰਬੰਧ ਚੱਲ ਰਿਹਾ ਹੈ। ਪਰ ਨਸ਼ਾ ਛਡਾਊ ਕੇਂਦਰ ਇੱਕ ਅਜਿਹੇ ਕੇਂਦਰ ਨੇ ਜਿੱਥੇ ਕਿ ਇੱਕ ਸਮੂਹ ਰਹਿੰਦਾ ਉਹਨਾਂ ਲੋਕਾਂ ਤੋਂ ਜੋ ਨਸ਼ੇ ਦੀ ਲੱਤ ਦੇ ਵਿੱਚ ਫਸੇ ਹੋਏ ਨੇ। ਇਸ ਸਮੂਹ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਇਹ ਕਹਿਣਾ ਹੈ ਨਸ਼ਾ ਛਡਾਊ ਕੇਂਦਰ ਨੂੰ ਚਲਾਉਣ ਵਾਲੇ ਸੰਚਾਲਕਾਂ ਦਾ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਪ੍ਰਬੰਧ ਉਹਨਾਂ ਲੋਕਾਂ ਦੇ ਨਾਲ ਨਹੀਂ ਕੀਤਾ ਜਾਂਦਾ ਜੋ ਇਸ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਰਹਿੰਦੇ ਨੇ ਤੇ ਨਸ਼ੇ ਦੇ ਦਲਦਲ ਦੇ ਵਿੱਚੋਂ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਲੋਕਾਂ ਦੇ ਲਈ ਵੀ ਖਾਸ ਤੌਰ ਦੇ ਉੱਤੇ ਟੀਕਾਕਰਨ ਅਤੇ ਇਹਨਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਪ੍ਰਬੰਧ ਹੋਣੇ ਚਾਹੀਦੇ ਨੇ। ਸਰਕਾਰ ਅੱਗੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਪੁਰਜ਼ੋਰ ਅਪੀਲ ਕਰਦਾ ਵੀ ਜਿਹੜੇ ਵੀ ਰੀਹੈਬ ਸੈਂਟਰ ਆ ਪੰਜਾਬ ਵਿੱਚ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ, ਕਿਉਂਕਿ ਕਰੋਨਾ ਲੱਗਣ ਕਾਰਨ ਸਮਾਜ ਦੇ ਸਾਰੇ ਕੰਮਕਾਰ ਠੱਪ ਪਏ ਆ ਤੇ ਪਰਿਵਾਰਾਂ ਕੋਲੋਂ ਖਰਚਾ ਜਿਹੜਾ ਕੇਂਦਰਾਂ ਨੂੰ ਉਹ ਦਿੱਤਾ ਨਹੀਂ ਜਾਂਦਾ। ਅਸੀਂ ਇਸ ਟਾਈਮ ਤੇ ਬਹੁਤ ਮੁਸੀਬਤ ਵਿੱਚ ਆ ਕਿਉਂਕਿ ਸਾਨੂੰ ਬਿਜਲੀ ਬਿੱਲ ਵੀ ਉਹ ਪੈਂਦਾ, ਹੋਰ ਜਿਹੜੇ ਖਰਚੇ ਆ ਰੋਟੀ ਪਾਣੀ ਸਾਰਾ ਸਿਸਟਮ ਦਾ ਉਹ ਸਾਰੇ ਸਾਨੂੰ ਖਰਚੇ ਪੈਂਦੇ ਆ। ਮਾਪਿਆਂ ਦੇ ਹੁਣ ਕੰਮਕਾਰ ਜਿਹੜੇ ਆ ਉਹ ਸਾਰੇ ਬੰਦ ਪਏ ਆ, ਮਾਪਿਆਂ ਕੋਲੋਂ ਖਰਚਾ ਵੀ ਨਹੀਂ ਦਿੱਤਾ ਜਾਂਦਾ। ਅਸੀਂ ਆਰਥਿਕ ਤੌਰ ਤੇ ਇਸ ਟਾਈਮ ਤੇ ਅਸੀਂ ਬਹੁਤ ਕਰੋਨਾ ਦੇ ਵਿੱਚ ਪੀੜਤ ਹੋਏ ਪਏ ਆ। ਸਾਨੂੰ ਮਾਲੀ ਮਦਦ ਸਰਕਾਰ ਦੇਵੇ, ਇਹ ਸਾਡੀ ਪੁਰਜ਼ੋਰ ਅਪੀਲ ਆ। ਮਾਲੀ ਮਦਦ ਤੋਂ ਬਿਨਾਂ ਅਸੀਂ ਕੇਂਦਰ ਜਿਹੜੇ ਆ ਅਸੀਂ ਲਗਾਤਾਰ ਜਿਹੜੇ ਆ ਸਾਡੇ ਲਈ ਚਲਾਉਣੇ ਅਗਾਂਹ ਬਹੁਤ ਔਖੇ ਹੋ ਜਾਣਗੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੀ ਇੰਨਾ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਦੀ ਵੀਡੀਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।